ਜੇ ਤੁਸੀਂ ਇਹ ਚਾਹੁੰਦੇ ਹੋ ਸੱਚੀ ਮੁੱਚੀ ਕਿ ਪੰਜਾਬ ਦਾ ਕਿਸਾਨ ਤਰੱਕੀ ਕਰੇ ਤੇ ਉਹ ਜਿੱਥੇ ਮਰਜ਼ੀ ਫਸਲ ਵੇਚ ਸਕੇ, ਤਾਂ ਜਿੱਥੇ ਉਹਨੂੰ ਸਭ ਤੋਂ ਵੱਧ ਮੁੱਲ ਵੇਚ ਸਕਦਾ, ਜਿੱਥੇ ਉਹ ਸਭ ਤੋਂ ਛੇਤੀ ਆਪਣੀ ਫਸਲ ਪਹੁੰਚਾ ਸਕਦਾ, ਤੇ ਉਹ ਤੇ ਬਾਰਡਰ ਤੋਂ ਬਾਹਰ ਨੇ। ਖੋਲੋ ਫਿਰ ਜਿੰਦਰੇ ਵਾਘਾ ਦੇ। ਜਿੰਨੀ ਗੱਡੀ ਸਾਡੀ ਬੰਬੇ ਤੱਕ ਚੱਲ ਕੇ ਜਾ ਕੇ ਆਪਣੀ ਫਸਲ ਵੇਚਦੀ ਹੈ ਪੰਜਾਬ ਦੀ, ਉਸ ਤੋਂ ਅੱਧੀ ਗੱਡੀ ਵੀ ਚੱਲੇ ਤਾਂ ਸਾਡੀ ਫਸਲ ਤੁਰਕੀ ਤੱਕ ਵੇਚ ਸਕਦੀ ਜਾ ਕੇ। ਅੱਜ ਤੋਂ 5 ਸਾਲ ਪਹਿਲਾਂ 2015 ਦੇ ਵਿੱਚ ਅਸੀਂ ਆਪਣੇ ਪਿਓ ਦੇ ਸਤਿਕਾਰ ਲਈ ਲੜ ਰਹੇ ਸੀ। ਇਹੋ ਜੀ ਲਾਮਬੰਦੀ ਜਿਹੜੀ ਅੱਜ ਦਿਖ ਰਹੀ ਹੈ ਉਦੋਂ ਦੇਖੀ ਸੀ। ਅੱਜ 5 ਸਾਲ ਬਾਅਦ ਅੱਜ ਅਸੀਂ ਆਪਣੀ ਮਾਂ ਲਈ ਲੜਾਈ ਲੜ ਰਹੇ ਹਾਂ, ਜਿਹਨੂੰ ਗੁਰਬਾਣੀ ਨੇ ਮਾਤਾ ਧਰਤ ਮਹੱਤ ਦਾ ਦਰਜਾ ਦਿੱਤਾ ਹੈ। ਜੋ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਸਾਡੀ ਭੈਣ ਮਨੀਸ਼ਾ ਵਾਲਮੀਕੀ ਦੇ ਨਾਲ ਹੋਇਆ, ਸਾਨੂੰ ਸਮਝ ਆ ਜਾਣਾ ਚਾਹੀਦਾ ਕਿ ਬੇਟੀ ਬਚਾਓ ਦਾ ਅਸਲ ਮਤਲਬ ਕੀ ਸੀ। ਉਹ ਨਾਰਾ ਨਹੀਂ ਬਲਕਿ ਧਮਕੀ ਸੀ। ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਕਿ ਜਿਹੜਾ ਜ਼ਰੂਰੀ ਵਸਤਾਂ ਦਾ ਐਕਟ ਹੈ 1955 ਦਾ, ਉਹਦੇ 'ਚ ਸੋਧ ਕੀਤੀ ਗਈ ਹੈ, ਉਹ ਸਿੱਧੇ ਤੌਰ ਤੇ ਕਾਲਾ ਬਾਜ਼ਾਰੀ ਨੂੰ, ਜਮਾਖੋਰੀ ਨੂੰ ਲੀਗਲਾਈਜ਼ ਕਰਨ ਦਾ ਤਰੀਕਾ ਹੈ। ਲੁਧਿਆਣਾ ਸ਼ਹਿਰ ਦੀਆਂ ਸਾਰੀਆਂ ਜਾਗਦੀਆਂ ਜ਼ਮੀਰਾਂ ਜਿਹੜੇ ਅੱਜ ਇੱਥੇ ਮੌਜੂਦ ਨੇ, ਜਿਹੜੇ ਘਰ ਬੈਠੇ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ, ਜਾਂ ਕਿਤੇ ਨਾ ਕਿਤੇ ਵੀ ਉਹ ਜ਼ਰੂਰੀ ਨਹੀਂ ਕਿ ਇੱਥੇ ਨਹੀਂ ਪਹੁੰਚ ਸਕੇ, ਪਰ ਆਪਣੇ ਕਿਸੇ ਵੀ ਤਰੀਕੇ ਦੇ ਨਾਲ ਉਹ ਇਹਨਾਂ ਕਾਨੂੰਨਾਂ ਦੇ ਖਿਲਾਫ ਆਪਣਾ ਵਿਰੋਧ ਜਤਾ ਕੇ ਪੰਜਾਬੀਅਤ ਨਾਲ ਖੜੇ ਨੇ, ਪੰਜਾਬ ਨਾਲ ਖੜੇ ਨੇ, ਉਹਨਾਂ ਸਾਰਿਆਂ ਨੂੰ ਮੇਰਾ ਸਲਾਮ। ਇੱਕ ਗੱਲ ਜਦੋਂ ਦਾ ਇਹ ਸੰਘਰਸ਼ ਸ਼ੁਰੂ ਹੋਇਆ ਤਾਂ ਇਹ ਗੱਲ ਹਰ ਸਟੇਜ ਤੋਂ ਕੀਤੀ ਜਾ ਰਹੀ ਹੈ ਕਿ ਮੋਦੀ ਜਿਹੜਾ ਹੈ ਉਹ ਵੰਡਣ ਦੀ ਰਾਜਨੀਤੀ ਕਰ ਰਿਹਾ ਹੈ। ਪਰ ਜੇ ਅਸੀਂ ਉਹਦੀਆਂ ਇਹਨਾਂ ਕੋਸ਼ਿਸ਼ਾਂ ਦੇ ਬਾਵਜੂਦ ਇਹ ਸਮਝੀਏ ਕਿ ਉਹਦਾ ਰਿਐਕਸ਼ਨ ਕੀ ਹੋ ਰਿਹਾ, ਉਹਦਾ ਰਿਐਕਸ਼ਨ ਇਹ ਹੋ ਰਿਹਾ ਕਿ ਅਸੀਂ ਸਾਰੇ ਉਹ ਲੋਕ ਜਿਹੜੇ ਆਪਣੇ ਆਪਣੇ ਮਸਲਿਆਂ ਦੇ ਪ੍ਰਤੀ ਅਲੱਗ-ਅਲੱਗ ਦਿੱਲੀ ਦੇ ਨਾਲ ਲੜਦੇ ਆ ਰਹੇ ਸੀ, ਆਪਣੇ ਸੰਘਰਸ਼ ਕਰਦੇ ਆ ਰਹੇ ਸੀ, ਅੱਜ ਉਹਦਾ ਰਿਐਕਸ਼ਨ ਇਹ ਹੋ ਰਿਹਾ ਕਿ ਅਸੀਂ ਇਕੱਠੇ ਹੋ ਕੇ ਲੜ ਰਹੇ ਹਾਂ। ਸੋ ਮੋਦੀ ਕੋਸ਼ਿਸ਼ ਭਾਵੇਂ ਵੰਡਣ ਦੀ ਕਰ ਰਿਹਾ ਹੈ, ਪਰ ਅੱਜ ਅਸੀਂ ਉਹ ਸਾਰੇ ਇਕੱਠੇ ਹੋ ਰਹੇ ਹਾਂ ਜਿਹੜੇ ਅੱਜ ਤੱਕ ਕਦੀ ਇਕੱਠੇ ਕਿਸੇ ਵੀ ਸੰਘਰਸ਼ ਵਿੱਚ ਨਹੀਂ ਹੋਏ ਸੀ। ਚਾਹੇ ਉਹ ਮਜ਼ਦੂਰ ਹੈ, ਕਿਸਾਨ ਹੈ, ਪੰਜਾਬ ਦੇ ਜਿਹੜੇ ਦਲਿਤ ਨੇ, ਦੁਕਾਨਦਾਰ ਨੇ, ਕਿਸੇ ਵੀ ਧਰਮ ਜਾਤ ਵਰਗ ਨਾਲ ਜੁੜੇ ਹੋਏ ਲੋਕ ਨੇ, ਅੱਜ ਇਸ ਸੰਘਰਸ਼ ਦੇ ਵਿੱਚ ਸਾਰੇ ਆਪਣੀ ਸ਼ਮੂਲੀਅਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਦਿਖਾ ਰਹੇ ਨੇ। ਇਹ ਆਪਣੀ ਆਪ ਪੰਜਾਬੀਆਂ ਦੀ ਜਿਹੜੀ ਇਖਲਾਕੀ ਤੌਰ ਤੇ ਇੱਕ ਵੱਡੀ ਜਿੱਤ ਹੈ। ਦਿੱਲੀ ਤੋਂ ਜਦੋਂ ਵੀ ਮੋਦੀ ਕੋਈ ਮਨ ਕੀ ਬਾਤ ਕਰਦਾ ਜਾਂ ਕੋਈ ਨਾਰਾ ਦਿੰਦਾ ਤਾਂ ਅਸਲ ਵਿੱਚ ਉਹਨਾਂ ਨਾਰਿਆਂ ਦੇ ਸੰਦਰਭ ਦੇ ਵਿੱਚ ਕੀ ਬੈਕਗਰਾਉਂਡ ਹੁੰਦੀ ਹੈ, ਔਰ ਉਸ ਤੋਂ ਬਾਅਦ ਹੁੰਦਾ ਕੀ ਹੈ ਜ਼ਮੀਨ ਤੇ, ਉਹਨਾਂ ਨੂੰ ਸਮਝਾਂਗੇ ਤਾਂ ਇਹਨਾਂ ਆਰਡੀਨੈਂਸ ਦੇ ਪ੍ਰਤੀ ਮੋਦੀ ਨੇ ਜਿਹੜੇ ਬਿਆਨ ਦਿੱਤੇ ਨੇ, ਸਾਨੂੰ ਉਹ ਵੀ ਸਮਝ ਆ ਜਾਊਗਾ ਕਿ ਉਹ ਕਹਿਣਾ ਕੀ ਚਾਹੁੰਦਾ। ਇੱਕ ਬੜਾ ਮਕਬੂਲ ਨਾਰਾ ਮੋਦੀ ਨੇ ਦਿੱਤਾ ਸੀ, ਬੇਟੀ ਬਚਾਓ ਬੇਟੀ ਪੜ੍ਹਾਓ। ਉਸ ਨਾਰੇ ਤੋਂ ਬਾਅਦ ਜੋ ਜ਼ਮੀਨ ਤੇ ਹੋਇਆ, ਸਾਨੂੰ ਇਹ ਸਮਝ ਲੱਗੀ ਕਿ ਇਹ ਨਾਰਾ ਨਹੀਂ ਬਲਕਿ ਧਮਕੀ ਸੀ। ਜੋ ਪਿਛਲੇ ਦਿਨਾਂ ਦੇ ਵਿੱਚ ਯੂਪੀ ਦੇ ਵਿੱਚ ਸਾਡੀ ਭੈਣ ਮਨੀਸ਼ਾ ਵਾਲਮੀਕੀ ਦੇ ਨਾਲ ਹੋਇਆ, ਸਾਨੂੰ ਸਮਝ ਆ ਜਾਣਾ ਚਾਹੀਦਾ ਕਿ ਬੇਟੀ ਬਚਾਓ ਦਾ ਅਸਲ ਮਤਲਬ ਕੀ ਸੀ। ਉਹ ਨਾਰਾ ਨਹੀਂ ਬਲਕਿ ਧਮਕੀ ਸੀ। ਜੇ ਬਚਾ ਸਕਦੇ ਹੋ ਤਾਂ ਬਚਾ ਲਓ। ਜੇ ਬੇਟੀ ਪੜ੍ਹਾਓ ਦਾ ਮਤਲਬ ਸਮਝਣਾ ਤੇ ਸਾਨੂੰ ਪੰਜਾਬ ਦੀਆਂ ਸੜਕਾਂ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਲਈ ਲੜ ਰਹੇ, ਆਪਣੀ ਸਕਾਲਰਸ਼ਿਪ ਲਈ ਲੜ ਰਹੇ ਉਹਨਾਂ ਬੱਚਿਆਂ ਨੂੰ ਦੇਖਣਾ ਚਾਹੀਦਾ ਜਿਹੜੇ ਹਰ ਰੋਜ਼ ਸੜਕ ਤੇ ਪੁਲਿਸ ਦੀਆਂ ਡਾਂਗਾਂ ਖਾਂਦੇ ਨੇ, ਜਿਨ੍ਹਾਂ ਨੂੰ ਕਾਲਜਾਂ 'ਚ ਐਡਮਿਸ਼ਨਾਂ ਨਹੀਂ ਮਿਲ ਰਹੀਆਂ। ਇਹ ਅਸਲ ਮਤਲਬ ਹੈ ਬੇਟੀ ਪੜ੍ਹਾਓ ਦਾ। ਔਰ ਜਦੋਂ ਇਹ ਆਰਡੀਨੈਂਸ ਆਏ ਤਾਂ ਆਪਣੀ ਸਫਾਈ ਦੇ ਵਿੱਚ ਮੋਦੀ ਨੇ ਇਹ ਕਿਹਾ ਕਿ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਕਿਸਾਨ ਜਦੋਂ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਆਪਣੀ ਫਸਲ ਵੇਚ ਸਕੇ। ਅਸੀਂ ਤਾਂ ਇਹ ਜਿਹੜੇ ਆਰਡੀਨੈਂਸ ਨੇ ਉਹ ਕਿਸਾਨ ਦੀ ਸਹੂਲੀਅਤ ਲਈ ਲਿਆਂਦੇ ਨੇ। ਤਾਂ ਇਹਦਾ ਮਤਲਬ ਇਹ ਸਮਝੋ ਕਿ ਜੋ ਤੁਹਾਨੂੰ ਅਗਲੇ ਮਹੀਨਿਆਂ 'ਚ ਸਮਝ ਆ ਜਾਣਾ ਕਿ ਕਿਸਾਨ ਆਪਣੀ ਫਸਲ ਜਿੱਥੇ ਮਰਜ਼ੀ ਜਾ ਕੇ ਵੇਚੇ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਇਹਦਾ ਅਸਲ ਮਤਲਬ ਇਹ ਹੈ। ਜਦੋਂ ਇਹ ਕਹਿੰਦੇ ਨੇ ਕਿ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ, ਤਾਂ ਇੰਨੀ ਗੱਲ ਸਾਨੂੰ ਅੱਜ ਸਮਝ ਆ ਰਹੀ ਹੈ ਕਿ ਦਿੱਲੀ ਨੂੰ ਸਮਝ ਨਹੀਂ ਆ ਰਹੀ ਕਿ ਪੰਜਾਬ ਦੀ ਤਰੱਕੀ ਨੂੰ ਜਿੰਦਰੇ ਕਿੱਥੋਂ ਲੱਗੇ ਹੋਏ ਨੇ। ਜੇ ਤੁਸੀਂ ਇਹ ਚਾਹੁੰਦੇ ਹੋ ਸੱਚੀ ਮੁੱਚੀ ਕਿ ਪੰਜਾਬ ਦਾ ਕਿਸਾਨ ਤਰੱਕੀ ਕਰੇ ਤੇ ਉਹ ਜਿੱਥੇ ਮਰਜ਼ੀ ਫਸਲ ਵੇਚ ਸਕੇ, ਤਾਂ ਜਿੱਥੇ ਉਹਨੂੰ ਸਭ ਤੋਂ ਵੱਧ ਮੁੱਲ ਵੇਚ ਸਕਦਾ, ਜਿੱਥੇ ਉਹ ਸਭ ਤੋਂ ਛੇਤੀ ਆਪਣੀ ਫਸਲ ਪਹੁੰਚਾ ਸਕਦਾ, ਤੇ ਉਹ ਤੇ ਬਾਰਡਰ ਤੋਂ ਬਾਹਰ ਨੇ। ਖੋਲੋ ਫਿਰ ਜਿੰਦਰੇ ਵਾਘਾ ਦੇ, ਖੋਲੋ ਕਰਤਾਰਪੁਰ ਦਾ ਲਾਂਘਾ, ਉਹਨੂੰ ਵਪਾਰ ਲਈ ਖੋਲੋ।
जिन्नी गड्डी साडी बॉम्बे तक चल के जाके अपनी फसल बेचती है पंजाब दी, उस तो अद्धी गड्डी भी चले तो साडी फसल तुर्की तक बेच सकती जाके, जिथे सानू मुल वध मिल सकदा। और इहदा जिहड़ा फायदा वो कल्ला पंजाब दे किसान नूं नहीं होना। जिहड़ी गल अज शहरां नूं नाल जोड़िया जा रहा, शहरां तक अपनी गल पहुंचाउण दी कोशिश कर रहे हैं कि जिहड़ी पंजाब दी इंडस्ट्री डुब रही है उहनूं भी जे कोई संजीवनी बूटी दे सकदी है तो वो बार्डर तो पार मिलनी है। जदों वपार खुलेगा ये पंजाब दे हर शहरी दे लई फायदेमंद है। ते जे तुसीं ये कहने हो कि असीं ये जिहड़े ऑर्डीनेंस ने वो किसानां दी आमदन वधाउण लई लैके आए, आमदन जिहड़ी है दुगणी चौगणी जिहड़ी वो करना चाहुंदे आ, तां फिर तुसीं जिहड़ी किसान दी फसल है उहदा मुल की होऊगा, उहदा फैसला तुसीं दिल्ली च बैठ के क्यों ते किवें कर सकदे हो? ये फैसला पंजाब दा किसान कर सकदा है, पंजाब सरकार कर सकदी है। जिहड़ी गल 1983 के आनंदपुर साहिब के मते विच दर्ज सी, जिन्हों वक्खवदी कह के साडे नालों तोड़िया गया, क्योंकि जे गल किते पंजाब के शहरीआं दे खाने पै जांदी तां ये मसले ये हालात अज देखण नूं मिलणे ही नहीं सी। तां जिहड़ी गल जे तुहाडी नीयत साफ है, जे तुसीं चाहुंदे हो कि पंजाब दा किसान अपनी फसल जिथे मर्जी बेचे, असीं उहनूं आज़ादी देना चाहुंदे हो, तां आज़ादी देनी है तां पहिलां जिंदरे जिहड़े वाघा लाए होए ने वो खोलो, ताकि साडा जिहड़ा वपार है वो पहिलां वांग जिवें आज़ाद देश पंजाब वांगू जिहड़ा वो इधर अफगानिस्तान तक तुर्की तक साडा जिहड़ा वपार खुल सके। ते नाले ये अधिकार स्वैर निर्णय दा कि दुनिया का कोई भी इहो जिहा वपार कोई मैन्युफैक्चरर नहीं है जिहड़ा अपनी बनाई हुई चीज़ की कीमत आप तय नहीं करता सवाए किसान तो। बीज का किसान है, मेहनत किसान दी, सारा कुछ किसान का, ते फैसला करे दिल्ली की वो विकनी किस भाव ते है। तो ये सब तो वड्डा अन्याय है, इसका फैसला पंजाब सरकार कोल होना चाहिए। और एक हमेशा पंजाब के किसानों का नहीं बल्कि हर संघर्ष करने वाले लोगों का एक लांभा पंजाब के शहरियों नाल हमेशा रहा कि संघर्ष में साथ नहीं देंगे। अज तो 5 साल पहला 2015 के असी अपने प्यो के सत्कार लिए लड़ रहे थे। इहो जी लामबंदी जिहड़ी अज दिख रही है उदों देखी सी, अज 5 साल बाद अज असी अपनी मां लई लड़ाई लड़ रहे हैं जिन्हों गुरबाणी ने माता धरत महत का दर्जा दिता है। तो ये जिहड़ी लामबंदी उदों ही वधेगी जदों असी शहरी लोगों को समझा पावांगे कि तुहाडा नुकसान की है। ये कल्ला फसल बेचण वाले का नुकसान नहीं है, कंज्यूमर की भी लड़ाई है। जमाखोरी का असूल है कि उन्हें मुनाफा कमाना जिद्दां मर्जी कमाया जाए। और जदों 1955 का जिहड़ा दूसरा आर्डीनेंस इस वक्त जिहड़ा पास होया केंद्र सरकार ने किया है कि जिहड़ा जरूरी वस्तां का एक्ट है 1955 का, उहदे च सोध की गई है, वो सीधे तौर पर काला बाजारी नूं जमाखोरी नूं लीगलाइज करने का तरीका है। सीधा सीधा मकसद ये है कि असी जिस भाव मर्जी खरीदीए तो जिस भाव मर्जी जिन्हों मर्जी बेचीए, तो उहदे विच खरीदण वाला ते वेचण वाला दोवें पिसणे ने। सो सानू ये गल समझनी पैनी है कि असी हर तरह के लोगों नूं, हर वर्ग के लोगों नूं नाल लैके चलीए। और पंजाब के शहरियां ने यह फैसला करना हुण कि वो किसान दे लई, किसान दे नाल खड़े ने, पंजाब दे नाल खड़े आ कि नहीं। और सब तो वड्डा सवाल है अपने आप लई लड़ाई लड़ सकते आ कि नहीं। ये लड़ाई साडी है, सिर्फ किसान की नहीं है। सरकारां दी कोशिश रहनी है कि इनू सिर्फ किसानां तक सीमित किया जाए। साडी कोशिश ये होनी चाहिए है कि इस लड़ाई नू समुचे पंजाबियों का बनाया जाए। इस फैसले दे नाल ही जिहड़ा इस संघर्ष की दिशा दे नाल ही इहदी दशा तय होनी है। इन्ना कहंदा होया तुहाडा सारिआं दा धन्नवाद करदा। वाहिगुरू जी का खालसा, वाहिगुरू जी की फतेह।